गुरु सवारियों मैं इत्थे बैठा तो सज्जे पासे मेरी नज़र पई, उत्थे लिखा होया हिंदी दे विच, सामने ज़मीन में बाथरूम फ्लश जाना मना है, पकड़े जाने पे 1000 रुपये जुर्माना है। ਅਸੀਂ ਤਖਤਾਂ ਤਾਜਾਂ ਬਾਜਾਂ ਘੋੜਿਆਂ ਤੇ ਆਪਣੀਆਂ ਫੌਜਾਂ ਦੇ ਮਾਲਕ ਹੁੰਦੇ ਸੀਗੇ। ਮੈਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਰਾਜ ਭਾਗ ਦੀ ਗੱਲ ਕਰਦਾ। ਅਸੀਂ ਅੱਜ ਵੀ ਸੜਕਾਂ ਦੇ ਉੱਪਰ ਐਦਾਂ ਹੀ ਧਰਨੇ ਲਾ ਕੇ ਬੈਠੇ ਆ। ਹਾਲੇ ਪਤਾ ਨਹੀਂ ਸਾਨੂੰ ਹੋਰ ਕਿੰਨਾ ਚਿਰ ਇਹ ਸਾਰਾ ਹੀ ਸੰਤਾਪ ਆਪਣੇ ਪਿੰਡੇ ਦੇ ਉੱਪਰ ਝੱਲਣਾ ਪੈਣਾ। ਉਹਦੀ ਕੋਈ ਸਮਾਂ ਸੀਮਾ ਨਹੀਂ ਹੈਗੀ, ਕੋਈ ਟਾਈਮ ਲਿਮਿਟ ਨਹੀਂ ਹੈਗੀ। ਇੱਕ ਮਸਲਾ ਹੱਲ ਕਰਨ ਵਾਸਤੇ ਇੰਨੀ ਜ਼ਬਰਦਸਤ ਸਾਨੂੰ ਤਾਕਤ ਉੱਥੇ ਝੋਂਕਣੀ ਪਈ ਤਾਂ ਜਾ ਕੇ ਉਹ ਮਸਲਾ ਹੱਲ ਹੋਇਆ। ਉਹ ਵੀ ਅਗਲਿਆਂ ਨੇ ਇਹ ਗੱਲ ਕਹੀ ਆ, ਕਹਿੰਦੇ ਕਾਨੂੰਨ ਚਿੱਟੇ ਆ, ਤੁਹਾਨੂੰ ਕਾਲੇ ਲੱਗਦੇ ਆ, ਅੱਜ ਤੁਹਾਨੂੰ ਸਮਝ ਨਹੀਂ, ਅਸੀਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਸਮਝਾ ਲਵਾਂਗੇ। ਕਿੱਕਰ ਦਾ ਬੀਜ ਬੜਾ ਮੁਲਾਇਮ ਜਿਹਾ ਹੁੰਦਾ, ਇਹਦਾ ਹੱਥ 'ਚ ਫੜ ਕੇ ਵੇਖਿਓ, ਉਹਨੂੰ ਕੰਡੇ ਨਹੀਂ ਹੁੰਦੇ, ਉਹ ਵੇਖਣ ਨੂੰ ਬਹੁਤ ਵਧੀਆ ਲੱਗਦਾ। ਪਰ ਜਦੋਂ ਉਸ ਬੀਜ ਨੂੰ ਬੀਜ ਦਈਏ, ਜਦੋਂ ਬੂਟਾ ਫਲਦਾ ਨਾ, ਜਦੋਂ ਵੱਡਾ ਹੁੰਦਾ, ਉਹਨੂੰ ਐਡੀਆਂ ਲੰਬੀਆਂ ਸੂਲਾਂ ਲੱਗਦੀਆਂ। ਸਾਡੇ ਪਿੰਡ ਦੇ ਵਿੱਚ ਨਾਈ ਦੀ ਦੁਕਾਨ ਖੋਲ੍ਹਣ ਵਾਲੇ ਨੇ ਤਾਂ ਦੁਕਾਨ ਖੋਲ੍ਹੀ, ਉਹਨੂੰ ਪਤਾ ਹੈ ਕਿ ਹੁਣ ਇਹਨਾਂ ਨੇ ਵਾਲ ਕਟਾਉਣੇ ਆ, ਇਹਨਾਂ ਦੇ ਮੁੰਡਿਆਂ ਨੇ ਵਾਲ ਕਟਾਉਣ ਲੱਗ ਪੈਣਾ। ਫੜ ਕੇ ਧੂ ਕੇ ਲੈ ਕੇ ਜਾਣੇ ਪੈਂਦੇ ਆ। ਕਹਿਣਾ ਪੈਂਦਾ ਕਈਆਂ ਨੂੰ ਕਿ ਤੁਸੀਂ 5-7 ਜਣੇ ਸ਼ਰਾਬ ਨਾ ਪੀਓ, ਗੁਰੂ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਕਰਨ ਜਾਣਾ। ਅਸੀਂ ਕਹਿੰਦੇ ਆ ਨਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਸਾਨੂੰ ਪਤਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਇਹਦਾ ਮਤਲਬ ਕੀ ਹੁੰਦਾ ਭਲਾ? ਪਰਮ ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਮੈਂ ਇੱਥੇ ਬੈਠਾ ਤੇ ਸੱਜੇ ਪਾਸੇ ਮੇਰੀ ਨਜ਼ਰ ਪਈ, ਉੱਥੇ ਲਿਖਿਆ ਹੋਇਆ ਹਿੰਦੀ ਦੇ ਵਿੱਚ, ਸਾਹਮਣੇ ਜ਼ਮੀਨ में बाथरूम फ्लश जाना मना है, पकड़े जाने पे 1000 रुपये जुर्माना है। मतलब इधर सामने जो ਜ਼ਮੀਨ ਦੇ ਵਿੱਚ ਤੁਸੀਂ ਵਾਸ਼ਰੂਮ ਵਗੈਰਾ ਗਏ ਤਾਂ 1000 ਰੁਪਇਆ जुर्माना लगूगा, ਇੰਨਾ ਕੁ ਉਹ ਲਿਖਿਆ ਹੋਇਆ ਕੰਧ ਦੇ ਉੱਪਰ। ਹੁਣ ਸੋਚ ਕੇ ਵੇਖੋ, ਇੱਥੇ ਕਿੱਡਾ ਵੱਡਾ ਇੱਕ ਬੋਰਡ ਹੋਣਾ ਚਾਹੀਦਾ ਸੀਗਾ ਜਿਹ ਤੇ ਲਿਖਿਆ ਹੁੰਦਾ ਕਿ ਸ਼ਰਾਬ ਦਾ ਦੂਸ਼ਿਤ ਪਾਣੀ, ਜ਼ਹਿਰੀਲਾ ਪਾਣੀ ਧਰਤੀ ਦੇ ਹੇਠਾਂ ਪਾਉਣ ਵਾਲੇ ਨੂੰ ਐਡਾ ਵੱਡਾ ਜੁਰਮਾਨਾ। ਐਦਾਂ ਦਾ ਕੋਈ ਬੋਰਡ ਵੀ ਇੱਥੇ ਨਹੀਂ ਲੱਗਾ ਹੋਇਆ। ਇਹ ਸਾਡੀ ਤਰਾਸਦੀ ਆ, ਇਹ ਸਾਡੇ ਹਾਲਾਤ ਆ। ਹੁਣ ਪਿੱਛੇ ਝਾਤ ਮਾਰ ਕੇ ਵੇਖੋ, ਆਪਾਂ ਜਿੰਨੇ ਜਣੇ ਵੀ ਇੱਥੇ ਬੈਠੇ ਆ, ਆਪਣੇ ਪਿਛੋਕੜ ਵੱਲ ਸਮੇਤ, ਮੇਰੇ ਸਮੇਤ ਤੁਹਾਡੇ ਸਾਰੇ, ਅਸੀਂ ਤਖਤਾਂ ਤਾਜਾਂ ਬਾਜਾਂ ਘੋੜਿਆਂ ਤੇ ਆਪਣੀਆਂ ਫੌਜਾਂ ਦੇ ਮਾਲਕ ਹੁੰਦੇ ਸੀਗੇ। ਮੈਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਰਾਜ ਭਾਗ ਦੀ ਗੱਲ ਕਰਦਾ। ਉਹ ਸਾਡਾ ਪਿਛੋਕੜ ਹੈ। ਬਾਬਾ ਬੰਦਾ ਸਿੰਘ ਬਹਾਦਰ, ਉਹ ਵਾਲਾ ਰਾਜ ਭਾਗ, ਉਹ ਸਾਡਾ ਪਿਛੋਕੜ ਹੈ। ਔਰ ਜਦੋਂ ਦਾ ਅਸੀਂ ਆਪਣਾ ਉਹ ਤਖਤ ਗਵਾਇਆ, ਉਦੋਂ ਤੋਂ ਲੈ ਕੇ ਹੁਣ ਤੱਕ ਸਾਡੇ ਹਾਲਾਤ ਵੇਖ ਲਓ ਕਿੱਦਾਂ ਦੇ ਹੋ ਗਏ, ਬਦ ਨਾਲੋਂ ਬਦਤਰ ਹੋ ਗਏ। ਉਹ ਕਹਿੰਦੇ ਕਿ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। 75ਵੀਂ ਵਰ੍ਹੇਗੰਢ ਆਜ਼ਾਦੀ ਦਾ 75ਵਾਂ ਅੰਮ੍ਰਿਤ ਮਹਾ ਉਤਸਵ ਉਹਨਾਂ ਨੇ ਮਨਾਇਆ। ਉਹ ਆਜ਼ਾਦੀ ਦਾ ਨਿੱਘ ਮਾਣ ਰਹੇ ਨੇ ਤੇ ਇੱਥੇ ਅਸੀਂ ਤਖਤਾਂ ਦੇ ਜਿਹੜੇ ਕੱਲ ਮਾਲਕ ਹੁੰਦੇ ਸੀਗੇ, ਅਸੀਂ ਅੱਜ ਵੀ ਸੜਕਾਂ ਦੇ ਉੱਪਰ ਐਦਾਂ ਹੀ ਧਰਨੇ ਲਾ ਕੇ ਬੈਠੇ ਆ। ਹਾਲੇ ਪਤਾ ਨਹੀਂ ਸਾਨੂੰ ਹੋਰ ਕਿੰਨਾ ਚਿਰ ਇਹ ਸਾਰਾ ਹੀ ਸੰਤਾਪ ਆਪਣੇ ਪਿੰਡੇ ਦੇ ਉੱਪਰ ਝੱਲਣਾ ਪੈਣਾ। ਉਹਦੀ ਕੋਈ ਸਮਾਂ ਸੀਮਾ ਨਹੀਂ ਹੈਗੀ, ਕੋਈ ਟਾਈਮ ਲਿਮਿਟ ਨਹੀਂ ਹੈਗੀ। ਸਵੇਰੇ ਮੈਂ ਜਦੋਂ ਉੱਠਿਆ ਤੇ ਰਾਤੀ ਦੇਰ ਰਾਤ ਤੱਕ ਕੰਮ ਕਰਦੇ ਰਹੇ ਸਟੂਡੀਓ ਦੇ ਵਿੱਚ, ਇੱਕ ਵਾਰ ਮਨ 'ਚ ਖਿਆਲ ਆਇਆ ਵੀ ਛੱਡੋ ਕੀ ਜਾਣਾ, ਜਿੱਦਾਂ ਆਹ ਮਸਲਾ ਹੈਗਾ ਇਦਾਂ ਹੀ ਸਾਡੇ ਕੋਲ ਹੋਰ ਬਹੁਤ ਜ਼ਿਆਦਾ ਮਸਲੇ ਆ। ਇੱਕ ਮਸਲੇ ਤੇ ਇੱਕ ਦਿਨ ਲਾ ਲਓ, 365 ਦਿਨ ਇੱਕ ਸਾਲ ਬਣ ਜਾਂਦਾ। ਔਰ ਇੰਨੇ ਜ਼ਿਆਦਾ ਮਸਲੇ ਆ ਵੀ ਇੱਕ ਮਸਲੇ ਤੇ ਇੱਕ ਦਿਨ ਸਿਰਫ ਗੱਲਾਂ
ਮਸਲੇ ਦਾ ਹੱਲ ਨਹੀਂ, ਸਿਰਫ ਗੱਲਾਂ ਕਰਨ ਤੇ ਤੁਸੀਂ ਲਾ ਲਓ 365 ਦਿਨਾਂ ਬਾਅਦ ਵੀ ਸਾਡੇ ਮਸਲੇ ਖਤਮ ਹੋਣ ਵਾਲੇ ਨਹੀਂ। ਮਸਲਿਆਂ ਦੀ ਗਿਣਤੀ, ਮਸਲਿਆਂ ਦੀ ਪੰਡ ਐਡੀ ਜ਼ਿਆਦਾ ਭਾਰੀ ਹੈ ਔਰ ਉਹਨਾਂ ਮਸਲਿਆਂ ਨੂੰ ਜਦੋਂ ਹੱਲ ਕਰਨ ਵਾਸਤੇ ਤੁਰੋਗੇ ਤਾਂ ਤੁਸੀਂ ਅੰਦਾਜ਼ਾ ਲਾ ਕੇ ਵੇਖ ਲਓ ਕਿੰਨਾ ਵੱਡਾ ਸਰਮਾਇਆ, ਕਿੰਨੀ ਵੱਡੀ ਤਾਕਤ ਤੇ ਕਿੰਨਾ ਵੱਡਾ ਸੰਘਰਸ਼ ਕਰਨਾ ਪਊਗਾ। ਉਹਦੀ ਜਿਉਂਦੀ ਜਾਗਦੀ ਉਦਾਹਰਣ ਹੈ। ਇੱਕ ਮਸਲਾ ਨਜਿੱਠਿਆ ਅਸੀਂ ਸਾਰਿਆਂ ਨੇ ਰਲ ਮਿਲ ਕੇ, ਜਿਹੜਾ ਪਿੱਛੇ ਦਿੱਲੀ ਆਪਾਂ ਸੰਘਰਸ਼ ਕੀਤਾ ਸੀਗਾ, ਇੱਕ ਮਸਲਾ ਹੱਲ ਕਰਨ ਵਾਸਤੇ ਇੰਨੀ ਜ਼ਬਰਦਸਤ ਸਾਨੂੰ ਤਾਕਤ ਉੱਥੇ ਝੋਂਕਣੀ ਪਈ ਤਾਂ ਜਾ ਕੇ ਉਹ ਮਸਲਾ ਹੱਲ ਹੋਇਆ। ਉਹ ਵੀ ਅਗਲਿਆਂ ਨੇ ਇਹ ਗੱਲ ਕਹੀ ਆ, ਕਹਿੰਦੇ ਕਾਨੂੰਨ ਚਿੱਟੇ ਆ, ਤੁਹਾਨੂੰ ਕਾਲੇ ਲੱਗਦੇ ਆ, ਅੱਜ ਤੁਹਾਨੂੰ ਸਮਝ ਨਹੀਂ, ਅਸੀਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਸਮਝਾ ਲਵਾਂਗੇ। ਜਿਨ੍ਹਾਂ ਨੂੰ ਕੁਛ ਜਾਣਿਆਂ ਨੂੰ ਸਮਝ ਨਹੀਂ ਆਈ, ਐਦਾਂ ਕਹਿ ਕੇ ਉਹਨਾਂ ਨੇ ਸਾਡਾ ਉਹ ਮਸਲਾ ਹੱਲ ਕੀਤਾ ਆ। ਸੋ ਸਵੇਰੇ ਮੇਰੇ ਮਨ 'ਚ ਖਿਆਲ ਆਇਆ ਵੀ ਮਸਲੇ ਤਾਂ ਬਹੁਤ ਜ਼ਿਆਦਾ ਆ, ਵੀ ਛੱਡੋ ਕੀ ਜਾਣਾ ਇੰਨੀ ਦੂਰ। ਮੈਂ ਹੁਸ਼ਿਆਰਪੁਰ ਤੋਂ ਆਇਆ, ਪੌਣੇ 200 ਕਿਲੋਮੀਟਰ ਤਕਰੀਬਨ ਬਣ ਜਾਂਦੇ ਆ, ਵੀ ਘਰੇ ਰਹਿੰਦੇ ਆ, ਸਰਾਣੇ ਦੇ ਵਿੱਚ ਸਿਰ ਦੇ ਕੇ ਤੇ ਰੋ ਲੈਂਦੇ ਆ ਸ਼ਾਮ ਤੱਕ। ਫਿਰ ਮਨ 'ਚ ਖਿਆਲ ਆਇਆ ਵੀ ਛੱਡੋ, ਸਾਡੇ ਹੁਸ਼ਿਆਰਪੁਰ ਤੋਂ ਪਰੇ ਨੂੰ 10 ਕਿਲੋਮੀਟਰ ਜਾਓ ਤੇ ਪਹਾੜ ਸ਼ੁਰੂ ਹੋ ਜਾਂਦੇ ਆ, ਵੀ ਘਰਦਿਆਂ ਨੂੰ ਨਾਲ ਲੈਂਦੇ ਆ, ਪਹਾੜਾਂ 'ਚ ਜਾਂਦੇ ਆ, ਉੱਥੇ ਜਾ ਕੇ ਉੱਚੀ ਉੱਚੀ ਹੱਸਦੇ ਆ, ਆਪਣੇ ਆਪ ਤੇ ਹੱਸਦੇ ਆ ਵੀ ਅਸੀਂ ਤਖਤਾਂ ਦੇ ਮਾਲਕ ਅੱਜ ਕਿੱਥੇ ਆਣ ਕੇ ਬਹਿ ਗਏ ਆ। ਇੱਕ ਗੱਲ। ਦੂਈ ਗੱਲ ਜਿਹੜੀ ਮੈਂ ਕਹਿੰਦਾ ਨਾ, ਆਪਣੇ ਆਪ ਤੇ ਹੱਸਦੇ ਆ, ਦੋ ਗੱਲਾਂ ਨੇ ਮੇਰੇ ਵੀਰੋ ਤੇ ਮੇਰੀ ਉਹ ਭੈਣੋ। ਮੇਰੀ ਕਿਸੇ ਵੀ ਗੱਲ ਦਾ ਕੋਈ ਗੁੱਸਾ ਨਾ ਕਰਿਓ, ਮੇਰੀ ਕਿਸੇ ਗੱਲ ਨੂੰ ਮੇਰੇ ਤੋਂ ਬਾਅਦ ਕਿਸੇ ਬੁਲਾਰੇ ਨੇ ਜੇ ਕੱਟਣਾ ਹੋਵੇ ਤੇ ਬੇਸ਼ੱਕ ਕੱਟ ਦਿਓ, ਮੈਂ ਗੁੱਸਾ ਨਹੀਂ ਕਰੂੰਗਾ। ਆਮ ਕਰਕੇ ਕਿਹਾ ਜਾਂਦਾ ਕਿ ਸਟੇਜ ਦੇ ਉੱਪਰ ਇੱਕ ਦੂਜੇ ਦੀਆਂ ਗੱਲਾਂ ਨੂੰ ਨਾ ਕੱਟੋ, ਪਰ ਮੈਂ ਆਪਣੇ ਆਪ ਨੂੰ ਤਿਆਰ ਕੀਤਾ, ਜੇ ਕੱਟਣੀ ਹੋਈ ਕਿਸੇ ਨੇ ਤਾਂ ਜ਼ਰੂਰ ਕੱਟ ਦਿਓ। ਦੋ ਗੱਲਾਂ ਹੁੰਦੀਆਂ ਨੇ, ਇੱਕ ਉਹ ਲੋਕ ਜਿਹੜੇ ਸਾਡੇ ਤੇ ਤੁਹਾਡੇ ਤੇ ਉਹ ਚੀਜ਼ਾਂ ਥੋਪਦੇ ਆ ਜਿੱਦਾਂ ਫੈਕਟਰੀ ਥੋਪੀ ਗਈ ਆ, ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਉਹਨਾਂ ਨੇ ਗੁੰਮਰਾਹ ਕਿੱਦਾਂ ਕਰਨਾ, ਉਹਨਾਂ ਨੂੰ ਨਪੁੰਸਕ ਕਿੱਦਾਂ ਬਣਾਉਣਾ। ਇੱਕ ਉਹ ਕਰਦੇ ਆ ਇਹ ਕੰਮ। ਦੂਜਾ ਅਸੀਂ ਆਪ ਕਰਦੇ ਆ। ਜਦੋਂ ਬਾਣੀ ਪੜ੍ਹਦੇ ਆ ਤੇ ਭਗਤ ਫਰੀਦ ਜੀ ਕਹਿੰਦੇ ਨੇ, ਫਰੀਦਾ ਲੋੜਾਂ ਦਾਖ ਬਿਜੌਰੀਆਂ ਕਿੱਕਰ ਬੀਜਿਆ ਜੱਟ, ਭਈ ਅਸੀਂ ਉਮੀਦਾਂ ਤਾਂ ਕਰਦੇ ਆ ਕਿ ਸਾਨੂੰ ਬਿਜੌਰ ਸ਼ਹਿਰ ਦੀਆਂ ਦਾਖਾਂ ਮਿਲਣ, ਪਰ ਬੀਜਦੇ ਕੀ ਪਏ ਆ ਭਲਾ? ਕਿੱਕਰ। ਹੁਣ ਜਦੋਂ ਕਿੱਕਰ ਦਾ ਬੂਟਾ ਬੀਜਿਆ ਜਾਂਦਾ, ਕਿੱਕਰ ਦਾ ਬੀਜ ਕਦੀ ਵੇਖਿਓ ਬਹੁਤ ਜ਼ਿਆਦਾ ਨਾ, ਮੈਂ ਵੇਖਿਆ ਕਿੱਕਰ ਦਾ ਬੀਜ ਬੜਾ ਮੁਲਾਇਮ ਜਿਹਾ ਹੁੰਦਾ, ਇਹਦਾ ਹੱਥ 'ਚ ਫੜ ਕੇ ਵੇਖਿਓ, ਉਹਨੂੰ ਕੰਡੇ ਨਹੀਂ ਹੁੰਦੇ, ਉਹ ਵੇਖਣ ਨੂੰ ਬਹੁਤ ਵਧੀਆ ਲੱਗਦਾ। ਪਰ ਜਦੋਂ ਉਸ ਬੀਜ ਨੂੰ ਬੀਜ ਦਈਏ, ਜਦੋਂ ਬੂਟਾ ਫਲਦਾ ਨਾ, ਜਦੋਂ ਵੱਡਾ ਹੁੰਦਾ, ਉਹਨੂੰ ਐਡੀਆਂ ਲੰਬੀਆਂ ਸੂਲਾਂ ਲੱਗਦੀਆਂ, ਸੂਲਾਂ ਹੀ ਲੱਗਦੀਆਂ ਨਾ ਜੀ। ਇਦਾਂ ਹੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਇਹ ਸੋਚ ਕੇ ਵਾੜ ਲਈਆਂ ਕਿ ਬਹੁਤ ਸੋਹਣਾ ਲੱਗਦਾ ਆਹ ਵਾਲਾ ਕਲਚਰ, ਆਹ ਚੀਜ਼ਾਂ ਵਧੀਆ ਲੱਗਦੀਆਂ ਦੇਖਣ ਨੂੰ, ਅਸੀਂ ਆਪਣੇ ਘਰਾਂ ਵਿੱਚ ਉਹਨਾਂ ਚੀਜ਼ਾਂ ਨੂੰ ਥਾਂ ਦੇਤੀ। ਅੱਜ ਉਹ ਚੀਜ਼ਾਂ ਦਰਖਤ ਬਣ ਕੇ ਸਾਨੂੰ ਸੂਲਾਂ ਵਾਂਗ ਚੁੱਭ ਰਹੀਆਂ ਨੇ, ਜਿੱਦਾਂ ਫੈਕਟਰੀ। ਗੁਰਦਾਸ ਮਾਨ ਨੇ ਇੱਕ ਗਾਣਾ ਗਾਇਆ ਸੀਗਾ, ਕੱਲ ਮੈਂ ਰਾਤੀ ਉਹ ਤੇ ਗੱਲ ਕੀਤੀ ਸੀ, ਇੱਕ ਨਵਾਂ ਗਾਣਾ ਵੀ ਉਹਦਾ ਆ ਗਿਆ, ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ। ਆਪਾਂ ਜਿੰਨੇ ਜਣੇ ਵੀ ਬੈਠੇ ਆ, ਝਾਤ ਮਾਰ ਕੇ ਵੇਖਿਓ, ਧੰਨ ਨੇ ਉਹ ਪਰਿਵਾਰ ਜਿਹੜੇ ਆਪਣੇ ਘਰਾਂ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵਿਆਹ ਸ਼ਾਦੀਆਂ ਤੇ ਬੱਚੇ ਦੇ ਜਨਮ ਤੇ ਸ਼ਰਾਬਾਂ ਘਰਾਂ ਦੇ ਵਿੱਚ ਨਹੀਂ ਵਰਤਾਉਂਦੇ। ਧੰਨ ਨੇ ਉਹ, ਸਲੂਟ ਹੈ ਉਹਨਾਂ ਨੂੰ। ਪਰ ਜ਼ਿਆਦਾਤਰ ਅਸੀਂ ਆਪਣੀ ਪਹਿਚਾਣ ਜਿੱਦਾਂ ਗੁਰਦਾਸ ਮਾਨ ਨੇ ਦੱਸੀ ਐਦਾਂ ਦੀ ਬਣਾਈ ਹੋਈ ਆ ਕਿ ਅਸੀਂ ਆਪਣੇ ਘਰਾਂ 'ਚ ਜਦੋਂ ਪ੍ਰੋਗਰਾਮ ਕਰਦੇ ਆ ਤੇ ਸ਼ਰਾਬਾਂ ਦੇ ਦੌਰ ਚੱਲਦੇ ਆ, ਦੌਰ। ਹੁਣ ਮੇਰਾ ਦਿਲ ਕਰਦਾ ਕਿ ਇੱਥੇ ਖੜੇ ਹੋ ਕੇ ਹੱਸ ਲਈਏ। ਅਸੀਂ ਆਪ ਹੀ ਹੁਣ ਤੇ ਲਾਗੇ ਆ ਗਈ ਸਾਡੇ ਫੈਕਟਰੀ। ਹੁਣ ਘਰਾਂ ਦੇ ਵਿੱਚ ਸ਼ਰਾਬਾਂ ਪਹਿਲਾਂ ਦੂਰੋਂ, ਹੁਣ ਇੱਥੋਂ ਲਾਗਿਓਂ ਲੈ ਲਿਆ ਕਰੀਏ। ਇਹ ਗੱਲ ਮੈਂ ਰੋਸ ਵਜੋਂ ਕਹਿ ਰਿਹਾ। ਸਾਨੂੰ ਆਪਣੇ ਆਪ ਨੂੰ ਚੇਂਜ ਵੀ ਕਰਨਾ ਪਊਗਾ। ਸਾਡੇ ਪਿੰਡ ਦੇ ਵਿੱਚ ਨਾਈ ਦੀ ਦੁਕਾਨ ਖੋਲ੍ਹਣ ਵਾਲੇ ਨੇ ਤਾਂ ਦੁਕਾਨ ਖੋਲ੍ਹੀ, ਉਹਨੂੰ ਪਤਾ ਕਿ ਹੁਣ ਇਹਨਾਂ ਨੇ ਵਾਲ ਕਟਾਉਣੇ ਆ, ਇਹਨਾਂ ਦੇ ਮੁੰਡਿਆਂ ਨੇ ਵਾਲ ਕਟਾਉਣ ਲੱਗ ਪੈਣਾ। ਅਦਰਵਾਈਜ਼ ਪਿੰਡਾਂ ਵਿੱਚ ਨਾਈਆਂ ਦੀਆਂ ਦੁਕਾਨਾਂ ਨਹੀਂ ਸੀ ਹੁੰਦੀਆਂ। ਜਿਹੜੇ ਵੀਰ ਕੇਸ ਕਤਲ ਕਰਵਾਉਂਦੇ ਆ, ਮੈਂ ਉਹਨਾਂ ਤੋਂ ਮਾਫੀ ਮੰਗਦਾ। ਆਪਾਂ ਆਪਣੇ ਘਰ ਵੱਲ ਨੂੰ ਪਰਤੀਏ। ਤੀਜੀ ਗੱਲ, ਜਿਹੜੀ ਸ਼ਰਾਬ ਦੀ ਫੈਕਟਰੀ, ਸਾਡੇ ਪਹਿਲਾਂ ਵੀਰ ਗੱਲ ਕਰਕੇ ਗਏ ਆ ਕਿ ਲੀਡਰ ਆਉਂਦੇ ਆ, ਮੈਂਬਰ ਪਾਰਲੀਮੈਂਟ ਬਣਦੇ ਆ, MLA ਬਣਦੇ ਆ, ਉੱਥੇ ਚੱਲ ਜਾਂਦੇ, ਸਰਕਾਰਾਂ 'ਚ ਬਹਿੰਦੇ ਆ, ਉਹ ਮੁੜ ਕੇ ਇੱਥੇ ਆਣ ਕੇ ਫਿਰ ਵਿੱਚ ਬਹਿੰਦੇ ਨਹੀਂ ਹੈਗੇ। ਉਹਦੀ ਇੱਕ ਵਜ੍ਹਾ ਆ ਖਾਸ, ਉਹਨੂੰ ਵੀ ਸਮਝਣ ਦੀ ਜ਼ਰੂਰਤ ਆ। ਹੁਣ ਜਿੱਦਾਂ ਅਸੀਂ ਸਾਰੇ ਇੱਥੇ ਬੈਠੇ ਆ, ਕਈ ਵਾਰ ਤੁਹਾਡੇ ਜਾਂ ਸਾਡੇ ਮਨਾਂ 'ਚ ਖਿਆਲ ਆਉਂਦਾ ਕਿ ਜਿਹੜਾ ਇੱਥੋਂ ਜਿਤਾ ਕੇ ਅਸੀਂ ਭੇਜਿਆ ਨਾ, ਉੱਥੇ ਜਾ ਕੇ ਉਹਨਾਂ ਦਾ ਹੀ ਹੋ ਗਿਆ ਉਹ।
ਭਈ ਸਾਨੂੰ ਅਗਲੀ ਵਾਰੀ ਮੌਕਾ ਮਿਲ ਜਾਵੇ ਵੀ ਮੈਂ ਜਾਵਾਂ ਉੱਥੇ, ਮੈਂ ਜਾ ਕੇ ਆਪਣੇ ਲੋਕਾਂ ਦੀ ਆਵਾਜ਼ ਬਣਾ ਤੇ ਅਗਲੀ ਵਾਰੀ ਮੈਂ ਫੈਕਟਰੀ ਬੰਦ ਕਰਵਾ ਦੂੰਗਾ। ਮੈਂ ਬੇਨਤੀ ਕਰਾਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਉਹਨਾਂ ਦੀਆਂ ਪੁਰਾਣੀਆਂ ਸਪੀਚਾਂ ਤੇ ਉਹਨਾਂ ਦੀ ਪੁਰਾਣੀਆਂ ਕਮੇਡੀ ਵਾਲੀਆਂ ਕੈਸਟਾਂ ਸੁਣ ਲਿਓ। ਉਹਨੂੰ ਸਾਰੇ ਮਸਲਿਆਂ ਦਾ ਪਤਾ ਆ। ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਜਨਾਨੀਆਂ ਕਿੱਦਾਂ ਔਖੀਆਂ ਰਹਿੰਦੀਆਂ ਸ਼ਰਾਬੀ ਪਤੀ ਦੇ ਕੋਲੋਂ, ਸਾਰਾ ਹੀ ਪਤਾ ਉਹਨਾਂ ਨੂੰ। ਸਰਕਾਰਾਂ ਕੀ ਕੁਝ ਕਰਦੀਆਂ ਸਾਰਾ ਹੀ ਪਤਾ ਉਹਨਾਂ ਨੂੰ। ਜਿਨ੍ਹਾਂ ਨੂੰ ਆ ਹੁਣ ਅਸੀਂ 91-92 ਨੂੰ ਜਿਤਾ ਕੇ ਭੇਜਿਆ ਉੱਥੇ ਵਿਧਾਨ ਸਭਾ ਦੇ ਵਿੱਚ, ਉਹਨਾਂ ਨੂੰ ਸਾਰਾ ਕੁਝ ਹੀ ਪਤਾ ਆ। ਪਰ ਗੱਲ ਇਹ ਆ ਵੀ ਉੱਥੇ ਜਾ ਕੇ ਜਿੱਤਣ ਤੋਂ ਬਾਅਦ ਉੱਥੇ ਬੈਠ ਕੇ ਉਹਨਾਂ ਦੀ ਇੱਕ ਮਜਬੂਰੀ ਬਣ ਜਾਂਦੀ ਆ। ਜਿਨ੍ਹਾਂ ਦੇ ਉਹ ਅੰਡਰ ਨੇ, ਆ ਵੀਰ ਗੱਲ ਕਰਕੇ ਗਏ ਸੀ ਗੁਰਪ੍ਰੀਤ ਸਿੰਘ ਜੂਨ ਵਾਲਾ, ਸ਼ਾਇਦ ਸਾਨੂੰ ਕਈਆਂ ਨੂੰ ਗੱਲ ਸਮਝ ਨਹੀਂ ਆਉਂਦੀ। ਜਿਨ੍ਹਾਂ ਦੇ ਅੰਡਰ ਸਾਰਾ ਸਿਸਟਮ ਚੱਲਦਾ ਨਾ, ਉਹ ਉਹਨਾਂ ਨੂੰ ਉਹ ਕੰਮ ਕਰਨ ਨਹੀਂ ਦਿੰਦਾ। ਭਾਵੇਂ ਤੁਸੀਂ MLA ਜਾਂ MP ਬਣ ਕੇ ਉੱਥੇ ਚੱਲ ਜਾਓ ਭਾਵੇਂ। ਸਾਡੇ ਵਿੱਚੋਂ ਗਏ ਸੀ ਉੱਠ ਕੇ, ਉਹ ਉੱਥੇ ਜਾ ਕੇ ਕੁਝ ਵੀ ਨਹੀਂ ਕਰ ਪਾਉਂਦੇ, ਉਹਨਾਂ ਦੇ ਕੋਲੋਂ ਕੱਖ ਵੀ ਨਹੀਂ ਹੋਣਾ। ਜਿੱਥੋਂ ਗੱਲ ਸ਼ੁਰੂ ਕੀਤੀ ਸੀਗੀ, ਤਖਤਾਂ ਦੇ ਮਾਲਕ ਜਿਨ੍ਹਾਂ ਦੇ ਹੱਥ ਦੇ ਵਿੱਚ ਸੱਤਾ ਹੈ, ਉਹਨਾਂ ਨੇ ਵੇਖਣਾ ਕਿ ਅਸੀਂ ਕਿਸ ਸੂਬੇ ਨੂੰ ਕਿਸ ਤਰੀਕੇ ਦੇ ਨਾਲ ਚਲਾਉਣਾ। ਜਿਨ੍ਹਾਂ ਦੇ ਹੱਥ ਵਿੱਚ ਸੱਤਾ ਹੈ, ਨਰਿੰਦਰ ਮੋਦੀ ਐਂਡ ਪਾਰਟੀ, ਉਹਨਾਂ ਤੋਂ ਵੀ ਉੱਪਰ ਜਿਹੜੇ ਪਿੱਛੇ ਬੈਠੇ ਹੋਏ ਆ ਕਾਰਪੋਰੇਟ ਘਰਾਣੇ, ਪੂਰੇ ਵਰਲਡ ਦੇ ਨਿਊ ਵਰਲਡ ਆਰਡਰ ਨੂੰ ਪੜ੍ਹ ਲਓ। ਉਹ ਲੋਕ ਤੈਅ ਕਰਦੇ ਆ ਕਿ ਸਾਰਾ ਸਿਸਟਮ ਕਿਸ ਤਰੀਕੇ ਦੇ ਨਾਲ ਚੱਲਣਾ। ਜਿੱਦਾਂ ਆਹ ਫੈਕਟਰੀ ਲੱਗੀ ਆ ਨਾ, ਸਾਡੇ ਹੁਸ਼ਿਆਰਪੁਰ ਦਾ ਪਾਣੀ ਸਾਰੇ ਕਹਿੰਦੇ ਕਿ ਦੁੱਧ ਵਰਗਾ ਮਿੱਠਾ ਪਾਣੀ, ਔਰ ਉਹ ਸਾਡੇ ਦੁੱਧ ਵਰਗਾ ਮਿੱਠੇ ਪਾਣੀ ਵਾਲਾ ਏਰੀਆ ਹੁਸ਼ਿਆਰਪੁਰ ਤੋਂ ਜਦੋਂ ਊਨੇ ਵੱਲ ਨੂੰ ਜਾਂਦੇ ਆ, ਕੁਝ ਕਿਲੋਮੀਟਰ ਪਰੇ ਜਾ ਕੇ ਕੋਕਾ ਕੋਲਾ ਵਾਲਿਆਂ ਨੇ ਫੈਕਟਰੀ ਲਾਈ ਆ। ਇੱਕ ਕੋਕਾ ਕੋਲਾ ਦੀ ਬੋਤਲ 1 ਲੀਟਰ ਤਿਆਰ ਕਰਨ ਵਾਸਤੇ 8 ਲੀਟਰ ਪਾਣੀ ਵੇਸਟ ਹੁੰਦਾ। 8 ਲੀਟਰ ਜਿਹੜਾ ਵੇਸਟ ਪਾਣੀ ਹੁੰਦਾ ਉਹ ਜ਼ਹਿਰੀਲਾ ਪਾਣੀ ਹੁੰਦਾ। ਆਸੇ-ਪਾਸੇ ਇਲਾਕਿਆਂ ਦੇ ਵਿੱਚ ਇਹਨਾਂ ਨੇ ਤਾਂ ਦੱਸਿਆ, ਵੀਰ ਨੇ ਕਹਿੰਦੇ ਭਈ ਫੈਕਟਰੀ ਦੇ ਅੰਦਰ ਹੀ ਬੋਰ ਕੀਤੇ ਹੋ ਆ। ਉਹਨਾਂ ਨੇ ਆਸੇ-ਪਾਸੇ ਦੂਰ ਤੱਕ ਪਿੰਡਾਂ ਦੇ ਵਿੱਚ ਬੋਰ ਕਰਕੇ ਜ਼ਮੀਨ ਵਿੱਚ ਉਹ ਜ਼ਹਿਰੀਲਾ ਪਾਣੀ ਪਾਉਂਦੇ ਪਏ ਆ ਉੱਥੇ। ਔਰ ਮੇਰੇ ਉੱਥੇ ਨਾਨਕਿਆਂ ਦਾ ਪਿੰਡ ਵਾ, ਟਿਊਬਵੈੱਲ ਦੀ ਧਾਰ ਪੂਰਾ ਭਰ ਕੇ ਆਉਂਦਾ ਹੁੰਦਾ ਸੀ ਪਾਣੀ, ਅੱਧੀ ਰਹਿ ਗਈ ਆ ਹੁਣ। ਉਹ ਆਉਣ ਵਾਲੇ 5-7 ਸਾਲਾਂ ਬਾਅਦ ਉਹਦੇ ਵਿੱਚੋਂ ਜ਼ਹਿਰੀਲਾ ਪਾਣੀ ਨਿਕਲਿਆ ਕਰਨਾ, ਜ਼ਹਿਰੀਲਾ। ਇੱਧਰ ਮਾਲ ਵਿੱਚ ਕਈ ਜਗ੍ਹਾ ਟਿਊਬਵੈੱਲਾਂ ਤੋਂ ਜ਼ਹਿਰੀਲਾ ਪਾਣੀ ਨਿਕਲਦਾ ਅਸੀਂ ਵੇਖਿਆ। ਅਸੀਂ ਆਪਣੇ ਚੈਨਲ ਦੇ ਉੱਪਰ ਵੀ ਵੀਡੀਓ ਬਣਾ ਕੇ ਉਹ ਪਾਈ ਸੀਗੀ ਵੀ ਆਹ ਵੇਖੋ ਜੋ ਅਸੀਂ ਬੀਜ ਰਹੇ ਹਾਂ, ਕੱਲ੍ਹ ਨੂੰ ਅਸੀਂ ਉਹ ਵੱਢਣਾ ਵੀ ਹੈਗਾ ਆ, ਔਰ ਵੱਢ ਰਹੇ ਹਾਂ ਅਸੀਂ। ਸੋ ਇਦਾਂ ਦੇ ਹਾਲਾਤ ਬਣ ਚੁੱਕੇ ਨੇ। ਹੁਣ ਇਦਾਂ ਦੇ ਹਾਲਾਤਾਂ ਵਿੱਚ ਮਸਲੇ ਦਾ ਹੱਲ, ਸਮਾਂ ਥੋੜਾ, ਮਸਲੇ ਦਾ ਹੱਲ ਜੋ ਮੈਂ ਸਮਝਦਾ, ਤੁਸੀਂ ਮੈਂਬਰ ਪਾਰਲੀਮੈਂਟ ਬਣ ਜਾਓ ਜਾਂ MLA ਆਪਣੇ ਵਿੱਚੋਂ ਲੱਭਣੇ ਛੱਡ ਕੇ, ਕਿਉਂਕਿ ਜਿਹੜੇ ਬਣੇ ਹੋਏ ਆ ਪਤਾ ਉਹਨਾਂ ਨੂੰ ਸਾਰਾ ਕੁਝ, ਇੱਥੇ ਹੀ ਰਹਿੰਦੇ ਆ, ਤੁਹਾਡੇ ਵਿੱਚ ਹੀ ਰਹਿੰਦੇ ਆ, ਸਾਡੇ 'ਚ ਹੀ ਰਹਿੰਦੇ ਆ। ਉਹ ਉੱਥੇ ਜਾ ਕੇ ਉਹ ਕੁਝ ਵੀ ਨਹੀਂ ਕਰ ਪਾਉਂਦੇ, ਹੱਥ ਇੱਦਾਂ ਵੱਜੇ ਹੋਏ ਆ, ਕਿਸੇ ਕੰਮ ਦੇ ਨਹੀਂ। ਜਾਂ ਅਸਤੀਫੇ ਦੇ ਕੇ ਘਰ ਬਹਿ ਜਾਣ, ਉਹਨਾਂ ਦੇ ਹੱਥ ਪੱਲੇ ਕੱਖ ਹੈ ਹੀ ਨਹੀਂ ਆ, ਕੁਝ ਵੀ ਨਹੀਂ ਹੈਗਾ ਉਹਨਾਂ ਦੇ ਹੱਥ ਪੱਲੇ। ਮਸਲੇ ਦਾ ਹੱਲ ਜਾਂ ਤੇ ਫਿਰ ਆ ਵਕਤੀ ਤੌਰ ਤੇ ਕਿ ਆਪਾਂ ਸਾਰੇ ਜਣੇ ਇੰਨੇ ਕੁ ਸਟਰੋਂਗ ਹੋ ਜਾਈਏ ਕਿ ਅਸੀਂ ਉਹਨਾਂ ਦੇ ਨੱਕ ਵਿੱਚ ਦਮ ਕਰਨ ਦੇ ਸਮਰੱਥ ਹੋ ਜਾਈਏ। ਉਹਦੇ ਨਾਲ ਸਾਡੇ ਆ ਛੋਟੇ-ਛੋਟੇ ਮਸਲੇ ਵਕਤੀ ਤੌਰ ਤੇ ਹੋ ਜਾਣਗੇ ਹੱਲ। ਲੇਕਿਨ ਸਮੁੱਚੇ ਰੂਪ ਦੇ ਵਿੱਚ ਸਾਰੇ ਮਸਲਿਆਂ ਦਾ ਕੇਵਲ ਤੇ ਕੇਵਲ ਹੱਲ ਇਹੀ ਆ ਕਿ ਸਾਡਾ ਪਿਛੋਕੜ ਅਸੀਂ ਉਹਨੂੰ ਯਾਦ ਰੱਖੀਏ। ਅਸੀਂ ਤਖਤਾਂ ਤਾਜਾਂ ਬਾਜਾਂ ਆਪਣੇ ਰਾਜ ਭਾਗ ਦੇ ਮਾਲਕ ਹੁੰਦੇ ਸੀਗੇ। ਜਿੰਨਾ ਚਿਰ ਫੈਸਲੇ ਕਰਨ ਦੀ ਤਾਕਤ ਸਾਡੇ ਆਪਣੇ ਹੱਥਾਂ 'ਚ ਨਹੀਂ ਆਉਂਦੀ, ਉਹਨਾਂ ਚਿਰ ਕੱਖ ਨਹੀਂ ਹੋਣਾ। ਉਹਨਾਂ ਦੇ ਏਜੰਡੇ ਅੱਜ ਸਾਫ਼ ਕਲੀਅਰ ਕਰਕੇ ਦੱਸ ਰਹੇ ਆ। ਸਾਡਾ ਏਜੰਡਾ ਹਿੰਦੂ ਰਾਸ਼ਟਰ, ਉਹਨਾਂ ਦੇ ਆਪਣੇ ਏਜੰਡੇ ਕਲੀਅਰ ਨੇ। ਸਾਨੂੰ ਵੀ ਆਪਣੇ ਏਜੰਡੇ ਕਲੀਅਰ ਕਰਕੇ ਉਹਨਾਂ ਰਾਹਾਂ ਦੇ ਉੱਪਰ ਤੁਰਨਾ ਪਊਗਾ। ਜਿਨ੍ਹਾਂ ਰਾਹਾਂ ਦੇ ਉੱਪਰ ਤੁਰਿਆ ਆਪਾਂ ਕਹਿ ਸਕਾਂਗੇ ਕਿ ਅੱਜ ਅਸੀਂ ਮਾਣ ਰਹੇ ਹਾਂ ਆਜ਼ਾਦੀ ਦਾ ਨਿੱਘ। ਦੋ ਗੱਲਾਂ ਸਿਰਫ ਜਾਂਦੇ ਜਿੰਨੇ ਵੀ ਵੀਰ ਬੈਠੇ ਆ, ਭਾਈ ਸੁਖਜੀਤ ਸਿੰਘ ਖੋਸੇ ਤੇ ਇੱਥੇ ਬੈਠੇ, ਅਸੀਂ ਆਪਸ ਵਿੱਚ ਗੱਲ ਕਰਦੇ ਪਏ ਸੀਗੇ। ਵੀਰ ਖੋਸੇ ਨੇ ਗੱਲ ਆਖੀ, ਕਹਿੰਦੇ ਯਾਰ ਮੇਰੇ ਮਨ 'ਚ ਖਿਆਲ ਆਉਣ ਡਿਆ ਵੀ ਆਪਾਂ ਜਿੰਨੇ ਜਣੇ ਬੈਠੇ ਆ ਵੀ ਅੱਜ ਪ੍ਰਣ ਕਰਕੇ ਜਾਵਾਂਗੇ ਕਿ ਅਸੀਂ ਸ਼ਰਾਬ ਦੀ ਫੈਕਟਰੀ ਤੋਂ ਦੁਖੀ ਆ, ਸ਼ਰਾਬ ਤੋਂ ਦੁਖੀ ਆ ਨਾ, ਵੀ ਤਹਈਆ ਕਰਕੇ ਜਾਵਾਂਗੇ ਕਿ ਜੇ ਸਾਡੇ 'ਚੋਂ ਕੋਈ ਸ਼ਰਾਬ ਪੀਂਦਾ ਤੇ ਸ਼ਰਾਬ ਨਹੀਂ ਪੀਵਾਂਗੇ। ਇੱਕ ਗੱਲ, ਸਾਡੇ ਘਰ 'ਚ ਕੋਈ ਫੰਕਸ਼ਨ ਹੋਵੇ, ਬੱਚੇ ਦਾ ਹੋ ਜਾਵੇ ਜਨਮ, ਅਸੀਂ ਕਹਿੰਦੇ ਆ ਨਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਸਾਨੂੰ ਪਤਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਇਹਦਾ ਮਤਲਬ ਕੀ ਹੁੰਦਾ ਭਲਾ? ਇਹਦਾ ਮਤਲਬ ਹੁੰਦਾ ਕਿ ਜਦੋਂ ਅਸੀਂ ਜਨਮ ਤੋਂ ਲੈ ਕੇ ਮਰਨ ਤੱਕ ਜਿੰਨੇ ਵੀ ਕੰਮ ਕਰਦੇ ਆ, ਕਰਮ ਕਰਦੇ ਆ,
ਉਹ ਸਾਰੇ ਕਰਮ ਕਰਦੇ ਆ ਅਸੀਂ ਗੁਰੂ ਨੂੰ ਵਿਚਾਲੇ ਰੱਖਦੇ ਆ। ਜਨਮ ਹੁੰਦਾ ਬੱਚੇ ਦਾ, ਗੁਰੂ ਦੀ ਹਜ਼ੂਰੀ 'ਚ ਲੈ ਕੇ ਜਾਂਦੇ ਆ, ਹੁਕਮਨਾਮਾ ਲੈਂਦੇ ਆ, ਉੱਥੇ ਨਾਮ ਰੱਖਦੇ ਆ ਬੱਚੇ ਦਾ, ਗੁਰੂ ਨੂੰ ਵਿਚਾਲੇ ਰੱਖਿਆ। ਨਵਾਂ ਘਰ ਬਣਾਉਂਦੇ ਆ, ਇੱਟ ਰੱਖਦੇ ਆ ਨਾ ਨਵੀਂ, ਜਦੋਂ ਨੀਂਹ ਦੇ ਵਿੱਚ ਗੁਰੂ ਨੂੰ ਵਿਚਾਲੇ ਰੱਖਦੇ ਆ, ਅਰਦਾਸ ਕਰਦੇ ਆ ਗੁਰੂ ਦੇ ਚਰਨਾਂ ਦੇ ਵਿੱਚ, ਘਰ ਬਣਾਉਣ ਲੱਗੇ ਆ। ਆਨੰਦ ਕਾਰਜ ਹੁੰਦਾ, ਮੌਤ ਹੁੰਦੀ ਹੈ, ਹਰ ਗੱਲ ਦੇ ਵਿੱਚ ਗੁਰੂ ਨੂੰ ਵਿਚਾਲੇ ਰੱਖਦੇ ਆ। ਤਾਂ ਕਰਕੇ ਇਹ ਗੱਲ ਬਣੀ ਹੋਈ ਹੈ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਅੱਜ ਝਾਤ ਮਾਰ ਕੇ ਵੇਖ ਲਈਏ, ਆਨੰਦ ਕਾਰਜ ਹੁੰਦਾ ਹੈ, ਅਸੀਂ ਆ ਸ਼ਰਾਬ ਦੀ ਫੈਕਟਰੀ, ਇੱਥੋਂ ਹੀ ਜਾਂਦੀ ਸ਼ਰਾਬ ਪੈਲੇਸ ਦੇ ਵਿੱਚ, ਤੇ ਸਾਨੂੰ ਨਾ ਬੰਦੇ ਨਹੀਂ ਲੱਭਦੇ ਉੱਥੇ ਗੁਰੂ ਘਰ ਜਾਣ ਵਾਸਤੇ। ਮਾਮਾ ਜੀ ਤੁਸੀਂ ਆ ਜਾਓ ਮਾੜਾ ਜਿਹਾ, ਮਾਸੀ ਤੁਹਾਡੀ ਵੀ ਲੋੜ ਵਾ। ਮਾਸੀ ਆਉਣ ਨੂੰ ਤਿਆਰ ਨਹੀਂ, ਮਾਮਾ ਆਉਣ ਨੂੰ ਤਿਆਰ ਨਹੀਂ, ਕਿਉਂਕਿ ਉੱਥੇ ਡਾਂਸਰ ਨੱਚਦੀ ਪਈ ਆ, ਉੱਥੇ ਸ਼ਰਾਬਾਂ ਦੇ ਦੌਰ ਵਰਤਦੇ ਪਏ ਆ। ਫੜ ਫੜ ਕੇ ਧੂ ਕੇ ਲੈ ਕੇ ਜਾਣੇ ਪੈਂਦੇ ਆ। ਕਹਿਣਾ ਪੈਂਦਾ ਕਈਆਂ ਨੂੰ ਕਿ ਤੁਸੀਂ 5-7 ਜਣੇ ਸ਼ਰਾਬ ਨਾ ਪੀਓ, ਗੁਰੂ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਕਰਨ ਜਾਣਾ। ਭਾਈ ਸਾਹਿਬ ਜੀ ਛੇਤੀ ਕਰ ਦਿਓ, ਅਸੀਂ ਗੁਰੂ ਨੂੰ ਵਿਚਾਲਿਓਂ ਕੱਢ ਦਿੱਤਾ, ਤਾਂ ਕਰਕੇ ਅਸੀਂ ਅੱਜ ਖੁਆਰ ਹੋ ਰਹੇ ਹਾਂ। ਆਪਾਂ ਉਮੀਦ ਕਰਦੇ ਹਾਂ ਕਿ ਅਸੀਂ ਸਾਰੇ ਜਾਣੇ ਗੁਰੂ ਨੂੰ ਵਿਚਾਲੇ ਰੱਖ ਕੇ ਫਿਰ ਅਸੀਂ ਆਪਣੇ ਸੰਘਰਸ਼ ਕਰਾਂਗੇ, ਸਾਨੂੰ ਕਾਮਯਾਬੀ ਜ਼ਰੂਰ ਮਿਲੂਗੀ। ਇੱਕ ਵਕਤੀ ਤੌਰ ਤੇ ਹੱਲ ਵਾ, ਉਹਦੇ ਵਾਸਤੇ ਅਸੀਂ ਇਹਨਾਂ ਹਕੂਮਤਾਂ ਦੇ ਨੱਕ 'ਚ ਦਮ ਕਰਨ ਵਾਲੇ ਪ੍ਰੋਗਰਾਮ ਉਲੀਕ ਲਈਏ, ਔਰ ਇੱਕ ਪੱਕੇ ਤੌਰ ਤੇ ਸਦੀਵੀ ਤੌਰ ਤੇ ਜਿਹੜਾ ਸਾਰੇ ਮਸਲਿਆਂ ਦਾ ਹੱਲ ਹੈਗਾ, ਅਸੀਂ ਆਪ ਉਹਨਾਂ ਤਖਤਾਂ ਤਾਜਾਂ ਦੇ ਇੱਕ ਵਾਰ ਫਿਰ ਤੋਂ ਵਾਰਸ ਬਣ ਜਾਈਏ। ਸਾਡੇ ਆਪਣੇ ਰਾਜ ਭਾਗ ਹੋਣ ਜਿਹੜੇ ਕਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਹੋਇਆ ਕਰਦੇ ਸੀਗੇ। ਪੱਕਾ ਤੇ ਸਦੀਵੀ ਹੱਲ ਤੇ ਉਹੀ ਆ। ਤੁਸੀਂ ਵੇਖਿਓ, ਜੇ ਇਦਾਂ ਹੋ ਗਈ ਨਾ, ਜਮਨਾ ਪਾਰ ਵਾਲੇ ਅੱਡੀਆਂ ਚੱਕ ਕੇ ਨਾ ਤੁਹਾਡੇ ਵੱਲ ਵੇਖਿਆ ਕਰਨਗੇ ਨਾ ਵੀ ਯਾਰ ਇਹ ਬੜੇ ਸੌਖੇ ਆ, ਇਹ ਬੜੇ ਹੱਸਦੇ ਰਹਿੰਦੇ ਹਰ ਵੇਲੇ। ਅੱਜ ਅਸੀਂ ਰੋਂਦੇ ਪਏ ਆ ਨਾ, ਅਗਲੇ ਨਾ ਅੱਡੀਆਂ ਚੱਕ ਕੇ ਦੇਖਿਆ ਕਰਨਗੇ ਤਾਂ ਜੋ ਕਹੋ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।